ਮੇਰਾ ਨਾਮ ਮਾਨਵੀ ਹੈ। ਅਸੀਂ ਦੋ ਭੈਣਾਂ ਅਤੇ ਇੱਕ ਭਰਾ ਸੀ। ਮੇਰਾ ਕਈ ਸਾਲ ਤੋਂ ਰਿਸ਼ਤਾ ਨਹੀਂ ਹੋ ਰਿਹਾ ਸੀ ਕਿਉਂਕਿ ਮੇਰੀ ਗੱਲ ਤੇ ਨਿਸ਼ਾਨ ਸੀ। ਜੋ ਵੀ ਮੈਨੂੰ ਦੇਖਣ ਆਉਂਦਾ ਸੀ ਉਹ ਰਿਸ਼ਤੇ ਤੋਂ ਇਨਕਾਰ ਕਰਕੇ ਚਲਾ ਜਾਂਦਾ ਸੀ। ਪਰ ਹੁਣ ਮੇਰੇ ਮਾਤਾ ਪਿਤਾ ਨੇ ਫੈਸਲਾ ਕੀਤਾ ਹੈ ਉਹ ਮੇਰੀ ਛੋਟੀ ਭੈਣ ਦਾ ਵਿਆਹ ਕਰਵਾਉਣਗੇ ਕਿਉਂਕਿ ਮੈਂ 28 ਸਾਲ ਦੀ ਸੀ ਅਤੇ ਮੇਰੀ ਛੋਟੀ ਭੈਣ ਜ਼ਿਆਦਾ ਖੂਬਸੂਰਤ ਸੀ। ਇਸ ਕਰਕੇ ਉਸ ਲਈ ਰਿਸ਼ਤੇ ਆਉਂਦੇ ਰਹਿੰਦੇ ਸੀ। ਮੇਰੇ ਮਾਤਾ ਪਿਤਾ ਨੇ ਸੋਚਿਆ ਕਿ ਕਿਤੇ ਅਜਿਹਾ ਨਾ ਹੋਵੇ ਕਿ ਵੱਡੀ ਧੀ ਦੇ ਰਿਸ਼ਤੇ ਕਾਰਨ ਛੋਟੀ ਧੀ ਦੇ ਵਿਆਹ ਦੀ ਉਮਰ ਨਿਕਲ ਜਾਵੇ। ਮੈਂ ਆਪਣੇ ਮਾਪਿਆਂ ਨੂੰ ਵੀ ਕਿਹਾ ਕਿ ਤੁਸੀਂ ਮੇਰੇ ਬਾਰੇ ਨਾ ਸੋਚੋ, ਮੇਰਾ ਵਿਆਹ ਉਦੋਂ ਹੋਵੇਗਾ ਜਦੋਂ ਮੇਰੀ ਕਿਸਮਤ ਵਿੱਚ ਲਿਖਿਆ ਹੋਵੇਗਾ। ਹੁਣ ਤੁਸੀਂ ਮੇਰੀ ਛੋਟੀ ਭੈਣ ਸੁਹਾਨੀ ਲਈ ਕੋਈ ਰਿਸ਼ਤਾ ਲੱਭੋ ਅਤੇ ਜਲਦੀ ਤੋਂ ਜਲਦੀ ਉਸ ਦਾ ਵਿਆਹ ਕਰਵਾ ਲਓ। ਮੇਰੇ ਮਾਤਾ ਪਿਤਾ ਨੇ ਵੀ ਅਜਿਹਾ ਹੀ ਕੀਤਾ। ਅੱਜ ਮੇਰੀ ਛੋਟੀ ਭੈਣ ਸੁਹਾਨੀ ਲਈ ਇੱਕ ਬਹੁਤ ਹੀ ਚੰਗੇ ਅਤੇ ਅਮੀਰ ਪਰਿਵਾਰ ਤੋਂ ਰਿਸ਼ਤਾ ਆਇਆ ਸੀ। ਮੁੰਡੇ ਦੇ ਪਰਿਵਾਰ ਵਾਲੇ ਬਹੁਤ ਅਮੀਰ ਸੀ। ਉਸ ਦੇ 4 ਪੁੱਤਰ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਦਾ ਰਿਸ਼ਤਾ ਆਇਆ ਸੀ। ਬਾਕੀ ਤਿੰਨੇ ਵੱਡੇ ਲੜਕੇ ਪਹਿਲਾਂ ਹੀ ਵਿਆਹੇ ਹੋਏ ਸਨ ਅਤੇ ਉਹਨਾਂ ਦੀ ਮਾਂ ਵੀ ਉਹਨਾਂ ਦੇ ਘਰ ਰਹਿੰਦੀ ਸੀ ਜਦਕਿ ਪਿਤਾ ਦਾ ਦੇਹਾਂਤ ਹੋ ਗਿਆ ਸੀ। ਮੇਰੀ ਭੈਣ ਸੁਹਾਨੀ ਇਸ ਰਿਸ਼ਤੇ ਲਈ ਰਾਜੀ ਹੋ ਗਈ ਸੀ, ਪਰ ਉਹ ਬਹੁਤ ਚਿੰਤਤ ਰਹਿੰਦੀ ਸੀ ਅਤੇ ਹਮੇਸ਼ਾ ਗੁਆਚੀ ਜਾਪਦੀ ਸੀ। ਮੇਰੇ ਪਰਿਵਾਰ ਵਾਲਿਆਂ ਦੀ ਰਿਸ਼ਤੇ ਤੋਂ ਇਨਕਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ ਕਿਉਂਕਿ ਲੜਕੇ ਦੇ ਮਾਪੇ ਬਹੁਤ ਚੰਗੇ ਸਨ ਅਤੇ ਉਹਨਾਂ ਦੇ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਇਸੇ ਲਈ ਰਿਸ਼ਤੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਜੇਕਰ ਉਹ ਨਾ ਕਰ ਦਿੰਦੀ ਤਾਂ ਵੀ ਮੇਰੇ ਪਿਤਾ ਜੀ ਨੇ ਮੇਰੀ ਭੈਣ ਦਾ ਵਿਆਹ ਕਿਤੇ ਹੋਰ ਕਰਵਾ ਦੇਣਾ ਸੀ ਕਿਉਂਕਿ ਪਹਿਲਾਂ ਹੀ ਮੇਰੇ ਰਿਸ਼ਤੇ ਵਿੱਚ ਕਈ ਮੁਸ਼ਕਲਾਂ ਆ ਰਹੀਆਂ ਸਨ। ਮੇਰੇ ਪਿਤਾ ਜੀ ਨਹੀਂ ਚਾਹੁੰਦੇ ਸਨ ਕਿ ਛੋਟੀ ਭੈਣ ਦੇ ਰਿਸ਼ਤੇ ਵਿੱਚ ਕੋਈ ਰੁਕਾਵਟ ਆਵੇ, ਪਰ ਹੁਣ ਸੁਹਾਨੀ ਨੂੰ ਲੋੜ ਤੋਂ ਵੱਧ ਚਿੰਤਾ ਹੋਣ ਲੱਗੀ ਸੀ। ਮੈਂ ਘਰ ਵਿੱਚ ਸਭ ਤੋਂ ਵੱਡੀ ਸੀ। ਮੈਨੂੰ ਆਪਣੇ ਪਰਿਵਾਰ ਦੀ ਸਭ ਤੋਂ ਵੱਧ ਚਿੰਤਾ ਸੀ। ਮੈਂ ਆਪਣੀ ਭੈਣ ਨੂੰ ਬਾਰ-ਬਾਰ ਪੁੱਛਿਆ ਪਰ ਉਸਨੇ ਮੈਨੂੰ ਕੋਈ ਕਾਰਨ ਨਹੀਂ ਦੱਸਿਆ। ਜਲਦੀ ਹੀ ਵਿਆਹ ਦਾ ਦਿਨ ਨੇੜੇ ਆ ਗਿਆ। ਵਿਆਹ ਵਾਲੇ ਦਿਨ ਮੈਂ ਉਸ ਨੂੰ ਜਗਾਉਣ ਲਈ ਉਸਦੇ ਕਮਰੇ ਵਿੱਚ ਗਈ ਕਿ ਅੱਜ ਉਸ ਦਾ ਵਿਆਹ ਸੀ। ਅੱਜ ਘੱਟੋ ਘੱਟ ਉਸ ਨੂੰ ਜਲਦੀ ਉੱਠਣਾ ਚਾਹੀਦਾ ਸੀ, ਪਰ ਮੈਂ ਹੈਰਾਨ ਸੀ ਕਿ ਬਿਸਤਰੇ ਤੇ ਕੋਈ ਮੌਜੂਦ ਨਹੀਂ ਸੀ। ਸਗੋਂ ਪੂਰੇ ਕਮਰੇ ਵਿੱਚ ਮੈਨੂੰ ਕਿਤੇ ਵੀ ਸੁਹਾਨੀ ਨਜ਼ਰ ਨਹੀਂ ਆ ਰਹੀ ਸੀ। ਬੈੱਡ ਤੇ ਕੰਬਲ ਦੇ ਅੰਦਰ ਸਰਹਾਣੇ ਇਸ ਤਰ੍ਹਾਂ ਰੱਖੇ ਹੋਏ ਸਨ ਕਿ ਅਸੀਂ ਸੋਚਿਆ ਕਿ ਸੁਹਾਨੀ ਇੱਥੇ ਲੇਟ ਕੇ ਸੌਂ ਰਹੀ ਹੈ। ਇਸ ਦਾ ਮਤਲਬ ਹੈ ਕਿ ਉਹ ਰਾਤ ਨੂੰ ਘਰੋਂ ਭੱਜ ਗਈ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ ਅਤੇ ਅੱਜ ਮੇਰੀ ਭੈਣ ਦੇ ਵਿਆਹ ਦੀ ਬਰਾਤ ਆਉਣੀ ਸੀ। ਮੁੰਡੇ ਵਾਲਿਆਂ ਦਾ ਫੋਨ ਆਇਆ ਕਿ ਉਹ ਸ਼ਾਮ ਤੱਕ ਵਿਆਹ ਦੀ ਬਰਾਤ ਲੈ ਕੇ ਸਾਡੇ ਘਰ ਪਹੁੰਚ ਜਾਣਗੇ, ਪਰ ਇੱਥੇ ਤਾਂ ਲਾੜੀ ਹੀ ਗਾਇਬ ਹੋ ਗਈ ਸੀ। ਮੇਰੇ ਪਿਤਾ ਜੀ ਦਾ ਪੂਰੇ ਇਲਾਕੇ ਵਿੱਚ ਬਹੁਤ ਸਤਿਕਾਰ ਸੀ ਕਿਉਂਕਿ ਸਾਡਾ ਪਰਿਵਾਰ ਬਹੁਤ ਇੱਜ਼ਤਦਾਰ ਸੀ। ਮੇਰੇ ਪਿਤਾ ਜੀ ਨੂੰ ਰੱਬ ਨੇ 2 ਧੀਆਂ ਦਿੱਤੀਆਂ ਸਨ, ਪਰ ਫਿਰ ਵੀ ਉਹ ਆਪਣੀਆਂ ਧੀਆਂ ਨੂੰ ਪੁੱਤਰਾਂ ਨਾਲੋਂ ਘੱਟ ਨਹੀਂ ਸਮਝਦੇ ਸੀ। ਸਾਡੇ ਛੋਟੇ ਭਰਾ ਨਾਲ ਹੀ ਉਹੀ ਵਰਤਾਓ ਕੀਤਾ ਜਾਂਦਾ ਸੀ ਜੋ ਸਾਡੀਆਂ 2 ਭੈਣਾਂ ਨਾਲ ਕੀਤਾ ਜਾਂਦਾ ਸੀ। ਅਸੀਂ ਦੋਵੇਂ ਭੈਣਾਂ ਹਮੇਸ਼ਾ ਆਪਣੇ ਪਿਤਾ ਦੀ ਇੱਜ਼ਤ ਕਰਦੀਆਂ ਸਨ, ਪਰ ਅੱਜ ਪਤਾ ਨਹੀਂ ਮੇਰੀ ਭੈਣ ਨੂੰ ਕੀ ਹੋ ਗਿਆ ਸੀ ਅਤੇ ਜਦੋਂ ਉਹ ਸਾਡੇ ਘਰੋਂ ਭੱਜ ਗਈ ਸੀ ਤਾਂ ਉਹ ਕੀ ਸੋਚ ਰਹੀ ਸੀ। ਉਸਨੇ ਸਾਡੇ ਲਈ ਇੱਕ ਸੁਨੇਹਾ ਛੱਡਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਉਹ ਆਪਣੀ ਪਸੰਦ ਦੇ ਲੜਕੇ ਨਾਲ ਜਾ ਰਹੀ ਹੈ। ਮੇਰੇ ਮਾਪੇ ਬਹੁਤ ਪਰੇਸ਼ਾਨ ਸਨ। ਉਸਨੇ ਮੈਨੂੰ ਦੁਲਹਨ ਬਣਾ ਕੇ ਮੰਡਪ ਵਿੱਚ ਬੈਠਣ ਲਈ ਕਿਹਾ, ਪਰ ਜੇ ਮੈਂ ਇਹ ਕੁਰਬਾਨੀ ਕਰਨ ਲਈ ਤਿਆਰ ਵੀ ਹੁੰਦੀ ਤਾਂ ਕੀ ਮੁੰਡੇ ਦਾ ਪਰਿਵਾਰ ਇਸ ਲਈ ਰਾਜੀ ਹੁੰਦਾ? ਉਹ ਲੋਕ ਮੇਰੀ ਭੈਣ ਨੂੰ ਪਸੰਦ ਕਰਕੇ ਗਏ ਸਨ। ਫਿਲਹਾਲ ਮੈਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਸੀ, ਇਸ ਲਈ ਉਹਨਾਂ ਦੇ ਕਹਿਣ ਤੇ ਮੈਂ ਦੁਲਹਨ ਬਣ ਕੇ ਮੰਡਪ ਵਿੱਚ ਬੈਠ ਗਈ। ਵਿਆਹ ਦੀ ਬਰਾਤ ਆਉਣ ਤੱਕ ਸਭ ਕੁਝ ਆਮ ਵਾਂਗ ਸੀ। ਫਿਰ ਮੇਰੀ ਮਾਂ ਨੇ ਮੁੰਡੇ ਦੀ ਮਾਂ ਨੂੰ ਬੁਲਾਇਆ। ਮੇਰੀ ਮਾਂ ਨੇ ਰੋਂਦੇ ਹੋਏ ਉਸ ਨੂੰ ਸਾਰੀ ਕਹਾਣੀ ਦੱਸੀ ਅਤੇ ਉਸ ਦੇ ਪੈਰੀ ਪੈ ਗਈ। ਉਸ ਨੇ ਕਿਹਾ, ਸਾਨੂੰ ਮਾਫ਼ ਕਰ ਦਿਓ, ਅਸੀਂ ਬਹੁਤ ਬੇਸਹਾਰਾ ਹਾਂ, ਸਾਡੀ ਇੱਜ਼ਤ ਕਰੋ। ਕਿਰਪਾ ਕਰਕੇ ਆਪਣੇ ਮੁੰਡੇ ਦਾ ਵਿਆਹ ਸਾਡੀ ਵੱਡੀ ਧੀ ਨਾਲ ਕਰਵਾਉਣ ਲਈ ਸਹਿਮਤ ਹੋ ਜਾਓ। ਜੇ ਵਿਆਹ ਦੀ ਬਰਾਤ ਮੁੜ ਗਈ ਤਾਂ ਸਾਡੀ ਬਹੁਤ ਬੇਇੱਜ਼ਤੀ ਹੋਵੇਗੀ। ਮੇਰੀ ਮਾਂ ਰੋਂਦੀ ਹੋਈ ਉਸ ਨੂੰ ਇਹ ਦੱਸ ਰਹੀ ਸੀ। ਮੇਰੀ ਭੈਣ ਦੀ ਸੱਸ ਬਹੁਤ ਇੱਜ਼ਤਦਾਰ ਸੀ। ਉਹ ਲੋਕਾਂ ਦੀ ਇੱਜ਼ਤ ਦਾ ਬਹੁਤ ਖਿਆਲ ਰੱਖਦੀ ਸੀ ਅਤੇ ਹਮੇਸ਼ਾ ਭਜਨ ਕੀਰਤਨ ਕਰਨ ਜਾਂਦੀ ਸੀ। ਉਸਨੇ ਮੇਰੀ ਮਾਂ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ, ਚਿੰਤਾ ਨਾ ਕਰੋ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜੋ ਵੀ ਤੁਹਾਡੇ ਨਾਲ ਤੁਹਾਡੀ ਧੀ ਨੇ ਕੀਤਾ ਹੈ ਉਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ। ਚਿੰਤਾ ਨਾ ਕਰੋ, ਅਸੀਂ ਤੇਰੀ ਵੱਡੀ ਧੀ ਨੂੰ ਆਪਣੇ ਘਰ ਦੀ ਨੂੰਹ ਬਣਾਵਾਂਗੇ ਤੇ ਮੈਂ ਆਪਣੇ ਪੁੱਤ ਨੂੰ ਚੰਗੀ ਤਰ੍ਹਾਂ ਸਮਝਾਵਾਂਗੀ। ਉਹ ਉਸੇ ਵੇਲੇ ਆਪਣੇ ਬੇਟੇ ਨੂੰ ਮੰਡਪ ਚੋਂ ਉਠਾ ਕੇ ਸਾਈਡ ਤੇ ਲੈ ਗਈ ਅਤੇ ਉਸ ਨੂੰ ਸਭ ਕੁਝ ਸਮਝਾ ਦਿੱਤਾ। ਹੁਣ ਤੱਕ ਕਿਸੇ ਤਰ੍ਹਾਂ ਮੇਰਾ ਵਿਆਹ ਹੋ ਗਿਆ ਸੀ ਅਤੇ ਮੇਰੇ ਮਾਤਾ ਪਿਤਾ ਦੀ ਇੱਜ਼ਤ ਬਚ ਗਈ ਸੀ ਅਤੇ ਮੈਨੂੰ ਜਲਦੀ ਵਿਦਾ ਕਰ ਦਿੱਤਾ ਗਿਆ ਸੀ ਤਾਂ ਜੋ
ਜੋ ਜ਼ਿਆਦਾ ਦੇਰ ਨਾ ਲੱਗੇ ਅਤੇ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਨਾ ਮਿਲੇ। ਮੇਰੇ ਮਾਤਾ ਪਿਤਾ ਉਹਨਾਂ ਦੀ ਇੰਨੀ ਇੱਜ਼ਤ ਕਰਦੇ ਸਨ ਕਿ ਜਿਵੇਂ ਉਹ ਸਾਡੀ ਇੱਜ਼ਤ ਕਰਦੇ ਸਨ। ਮੇਰੇ ਪਿਤਾ ਜੀ ਨੇ ਕਿਹਾ ਕਿ ਸਾਡੀ ਬੇਟੀ ਹਮੇਸ਼ਾ ਤੁਹਾਡਾ ਖਿਆਲ ਰੱਖੇਗੀ। ਮੈਂ ਵੀ ਵਾਅਦਾ ਕੀਤਾ ਸੀ ਕਿ ਇਸ ਔਰਤ ਨੇ ਮੇਰੇ ਪਰਿਵਾਰ ਦੀ ਇੱਜ਼ਤ ਬਚਾਈ ਹੈ। ਮੈਂ ਉਸ ਨਾਲ ਹਮੇਸ਼ਾ ਚੰਗਾ ਵਿਹਾਰ ਕਰਾਂਗੀ। ਹਾਲਾਤ ਜੋ ਵੀ ਹੋਣ, ਮੈਂ ਆਪਣੇ ਸਹੁਰੇ ਘਰ ਹੀ ਰਹਾਂਗੀ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ। ਮੈਂ ਆਪਣੀ ਸੱਸ ਦੇ ਸਭ ਤੋਂ ਛੋਟੇ ਪੁੱਤਰ ਦੀ ਪਤਨੀ ਬਣ ਗਈ ਸੀ ਅਤੇ ਮੇਰੀ ਸੱਸ ਆਪਣੇ ਛੋਟੇ ਪੁੱਤਰ ਨੂੰ ਬਹੁਤ ਪਿਆਰ ਕਰਦੀ ਸੀ। ਉਸ ਨੇ ਕਿਹਾ ਕਿ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੇਰੀਆਂ 3 ਵੱਡੀਆਂ ਨੂੰਹਾਂ ਇਹ ਬਹੁਤ ਅਜੀਬ ਹਨ। ਮੈਂ ਉਹਨਾਂ ਨੂੰ ਪਸੰਦ ਕੀਤਾ ਅਤੇ ਉਹਨਾਂ ਦੀ ਸੁੰਦਰਤਾ ਦੇਖ ਕੇ ਉਹਨਾਂ ਨੂੰ ਲੈ ਆਈ। ਪਰ ਮੈਨੂੰ ਨਹੀਂ ਪਤਾ ਸੀ ਕਿ ਸੁੰਦਰਤਾ ਹਮੇਸ਼ਾ ਕੰਮ ਨਹੀਂ ਕਰਦੀ। ਵਿਆਹ ਤੋਂ ਬਾਅਦ ਉਹਨਾਂ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਤੁਸੀਂ ਆਪਣੀ ਜਠਾਣੀਆਂ ਦੀਆਂ ਗੱਲਾਂ ਨੂੰ ਇੱਕ ਕੰਨ ਵਿੱਚੋਂ ਸੁਣ ਕੇ ਦੂਜੇ ਕੰਨ ਵਿੱਚੋਂ ਕੱਢ ਦੇਣਾ। ਇਹ ਤੁਹਾਡਾ ਆਪਣਾ ਘਰ ਹੈ ਅਤੇ ਤੁਸੀਂ ਇਸ ਘਰ ਨੂੰ ਹਮੇਸ਼ਾ ਆਪਣਾ ਸਮਝੋ। ਮੈਂ ਆਪਣੇ ਮਾਤਾ ਪਿਤਾ ਲਈ ਵੀ ਬਹੁਤ ਚਿੰਤਤ ਸੀ ਅਤੇ ਆਪਣੀ ਭੈਣ ਲਈ ਵੀ। ਪਤਾ ਨਹੀਂ ਮੇਰੀ ਭੈਣ ਦਾ ਕੀ ਹਾਲ ਹੋਵੇਗਾ ਅਤੇ ਉਸ ਨੂੰ ਇੰਨਾ ਪਿਆਰ ਕਰਨ ਵਾਲੇ ਆਪਣੇ ਮਾਪਿਆਂ ਦੀ ਇੱਜ਼ਤ ਕਿਵੇਂ ਬਰਬਾਦ ਕਰ ਦਿੱਤੀ ਸੀ। ਪਰ ਹੁਣ ਮੇਰੀ ਜ਼ਿੰਦਗੀ ਸ਼ੁਰੂ ਹੋ ਗਈ ਸੀ। ਮੈਂ ਇਸ ਵਿਆਹ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਮੈਨੂੰ ਘੱਟ ਹੀ ਪਤਾ ਸੀ ਕਿ ਅੱਜ ਮੇਰੀ ਭੈਣ ਦੀ ਬਜਾਏ ਮੇਰਾ ਵਿਆਹ ਹੋਵੇਗਾ। ਮੈਂ ਸੋਚਿਆ ਕਿ ਮੇਰੀ ਭੈਣ ਆਪਣੇ ਆਪ ਭੱਜ ਗਈ ਹੈ ਅਤੇ ਮੈਨੂੰ ਅੱਗ ਵਿੱਚ ਸੁੱਟ ਦਿੱਤਾ, ਪਰ ਅਜਿਹਾ ਨਹੀਂ ਹੋਇਆ। ਉਹ ਬਦਕਿਸਮਤ ਸੀ ਕਿ ਇੰਨੇ ਚੰਗੇ ਸਸੁਰਾਲ ਨੂੰ ਲੱਤ ਮਾਰ ਕੇ ਚਲੀ ਗਈ ਸੀ। ਭਾਵੇਂ ਉਹ ਕਿਸੇ ਵੱਡੇ ਬੰਗਲੇ ਵਿੱਚ ਗਈ ਹੋਵੇ, ਪਰ ਮੁੰਡੇ ਦਾ ਪਰਿਵਾਰ ਕਦੇ ਨਹੀਂ ਭੁੱਲੇਗਾ ਕਿ ਉਹ ਉਸ ਘਰੋਂ ਭੱਜ ਕੇ ਆਈ ਹੈ। ਜੇ ਕੱਲ ਨੂੰ ਰੱਬ ਉਸ ਨੂੰ ਧੀ ਦੇਵੇ ਤਾਂ ਸਾਰੇ ਉਸ ਨੂੰ ਕਹਿਣਗੇ ਕਿ ਤੇਰੀ ਮਾਂ ਘਰੋਂ ਭੱਜ ਕੇ ਆਈ ਸੀ ਅਤੇ ਉਸਨੇ ਤੁਹਾਡੇ ਪਿਤਾ ਨਾਲ ਲਵ ਮੈਰਿਜ ਕੀਤੀ ਸੀ। ਪਰ ਘਰੋਂ ਭੱਜਣ ਵਾਲੀਆਂ ਕੁੜੀਆਂ ਇਸ ਬਾਰੇ ਸੋਚਦੀਆਂ ਵੀ ਨਹੀਂ। ਲੋਕ ਇੰਨੀ ਸਧਾਰਨ ਗੱਲ ਕਿਉਂ ਨਹੀਂ ਸਮਝਦੇ ਕਿ ਸਾਡੇ ਮਾਪੇ ਸਾਡੇ ਲਈ ਜੋ ਫੈਸਲਾ ਲੈਂਦੇ ਹਨ ਉਹ ਬਹੁਤ ਵਧੀਆ ਫੈਸਲਾ ਹੁੰਦਾ ਹੈ। ਮੇਰੀ ਸੱਸ ਬਹੁਤ ਚੰਗੀ ਔਰਤ ਸੀ। ਕਹਿੰਦੇ ਹਨ ਕਿ ਜਿਸ ਦੇ ਹਿਰਦੇ ਵਿੱਚ ਰੱਬ ਵਸਦਾ ਹੈ ਉਹ ਬੁਰਾ ਨਹੀਂ ਹੋ ਸਕਦਾ। ਮਾੜਾ ਬੰਦਾ ਉਹੀ ਹੁੰਦਾ ਹੈ ਜਿਸ ਨੇ ਰੱਬ ਨੂੰ ਭੁਲਾ ਦਿੱਤਾ ਹੋਵੇ। ਮੇਰੀ ਸੱਸ ਸਾਰਾ ਦਿਨ ਹੱਥ ਜੋੜ ਕੇ ਰੱਬ ਅੱਗੇ ਪ੍ਰਾਰਥਨਾ ਕਰਦੀ ਸੀ ਅਤੇ ਸਦਾ ਭਗਤੀ ਵਿੱਚ ਰੁੱਝੀ ਰਹਿੰਦੀ ਸੀ। ਉਹ ਮੰਦਰ ਵੀ ਜਾਂਦੀ ਸੀ। ਮੇਰੀ ਸੱਸ ਘਰ ਵਿੱਚ ਦਖਲ ਅੰਦਾਜ਼ੀ ਨਹੀਂ ਦਿੰਦੀ ਸੀ। ਉਹ ਸਾਰਾ ਦਿਨ ਆਪਣੀ ਦੁਨੀਆ ਵਿੱਚ ਰੁੱਝੀ ਰਹਿੰਦੀ ਸੀ। ਪਤਾ ਨਹੀਂ ਉਸ ਨੂੰ ਦੇਖ ਕੇ ਮੇਰੇ ਦਿਲ ਨੂੰ ਸ਼ਾਂਤੀ ਮਿਲਦੀ ਸੀ। ਪਰ ਇਸ ਘਰ ਵਿੱਚ ਰਹਿੰਦਿਆਂ ਮੈਂ ਨੋਟ ਕੀਤਾ ਸੀ ਕਿ ਇਸ ਘਰ ਵਿੱਚ ਉਸ ਦੀ ਕੋਈ ਇੱਜ਼ਤ ਨਹੀਂ ਸੀ। ਉਹ ਆਪਣੇ ਪਰਿਵਾਰ ਦੀ ਬਜ਼ੁਰਗ ਸੀ, ਪਰ ਕਿਸੇ ਨੇ ਉਸ ਬਜ਼ੁਰਗ ਨੂੰ ਇੱਜ਼ਤ ਨਹੀਂ ਦਿੱਤੀ ਸੀ। ਘਰ ਦਾ ਕੋਈ ਕੰਮ ਉਸ ਨੂੰ ਪੁੱਛੇ ਬਿਨਾਂ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਉਸ ਦੇ ਪੁੱਤਰ ਵੀ ਉਸ ਨਾਲ ਦੁਰਵਿਹਾਰ ਕਰਦੇ ਸਨ। ਮੇਰੀ ਸੱਸ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ। ਨਾ ਤਾਂ ਪੁੱਤਰ ਨੇ ਉਸ ਦੇ ਖਾਣ ਪੀਣ ਦਾ ਧਿਆਨ ਰੱਖਿਆ ਅਤੇ ਨਾ ਹੀ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ। ਪਰ ਅੱਜ ਮੈਂ ਘਰ ਵਿੱਚ ਪੂਰੀਆਂ ਬਣਾਈਆਂ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤਲਿਆ ਹੋਇਆ ਖਾਣਾ ਤੁਹਾਡੇ ਲਈ ਚੰਗਾ ਨਹੀਂ ਹੈ, ਮੈਂ ਤੁਹਾਡੇ ਲਈ ਕੁਝ ਹੋਰ ਬਣਾ ਦੇਵਾਂਗੀ। ਉਸਨੇ ਕਿਹਾ ਕਿ ਮੈਨੂੰ ਆਦਤ ਨਹੀਂ ਹੈ। ਘਰ ਵਿੱਚ ਜੋ ਤਿਆਰ ਕੀਤਾ ਹੈ ਮੈਂ ਖਾ ਲਵਾਂਗੀ। ਪੂਰੀਆਂ ਖਾਣ ਨਾਲ BP ਥੋੜਾ ਕੰਟਰੋਲ ਹੋ ਜਾਵੇਗਾ। ਮੈਂ ਸਭ ਕੁਝ ਜਾਣਦੀ ਹਾਂ, ਪਰ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ। ਮੈਂ ਕਿਹਾ ਮੈਂ ਤੁਹਾਡੇ ਲਈ ਅਲੱਗ ਤੋਂ ਕੁਝ ਬਣਾ ਦੇਵਾਂਗੀ, ਚਿੰਤਾ ਨਾ ਕਰੋ। ਦੂਸਰਾ ਭੋਜਨ ਤਿਆਰ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ ਅਤੇ ਮੈਂ ਆਪਣੀ ਸੱਸ ਲਈ ਖਾਣਾ ਤਿਆਰ ਕਰਨ ਵਿੱਚ ਥੋੜਾ ਲੇਟ ਹੋ ਗਈ। ਮੇਰਾ ਪਤੀ ਵੀ ਘਰ ਆ ਗਿਆ ਸੀ ਅਤੇ ਉਹ ਕਮਰੇ ਵਿੱਚ ਚਲਾ ਗਿਆ। ਪਰ ਮੈਂ ਕਮਰੇ ਵਿੱਚ ਨਾ ਗਈ ਤਾਂ ਉਸਨੇ ਮੈਨੂੰ ਕਿਹਾ ਕਿ ਜਿਵੇਂ ਹੀ ਮੈਂ ਘਰ ਆਵਾਂ ਤੁਸੀਂ ਵੀ ਕਮਰੇ ਵਿੱਚ ਆ ਜਾਇਆ ਕਰੋ। ਮੈਂ ਕਿਹਾ ਮੈਂ ਤੇਰੀ ਮਾਂ ਲਈ ਹੀ ਖਾਣਾ ਬਣਾ ਰਹੀ ਹਾਂ, ਤੁਹਾਨੂੰ ਇੰਨਾ ਗੁੱਸਾ ਕਰਨ ਦੀ ਕੀ ਲੋੜ ਹੈ। ਇਸ ਦੇ ਉਲਟ ਮੇਰੇ ਪਤੀ ਨੂੰ ਮੇਰੇ ਤੇ ਗੁੱਸਾ ਆਉਣ ਲੱਗਾ। ਉਸਨੇ ਕਿਹਾ ਕਿ ਮੈਂ ਪਿਛਲੇ 1 ਘੰਟੇ ਤੋਂ ਘਰ ਵਿੱਚ ਹਾਂ, ਤੁਸੀਂ ਮੈਨੂੰ ਪਾਣੀ ਵੀ ਨਹੀਂ ਪੁੱਛ ਸਕਦੇ। ਤੁਹਾਨੂੰ ਘੱਟੋ ਘੱਟ ਮੇਰਾ ਖਿਆਲ ਰੱਖਣਾ ਚਾਹੀਦਾ ਹੈ। ਚੱਲ ਜਾ ਮੇਰੇ ਲਈ ਖਾਣਾ ਲੈ ਆ। ਮੈਂ ਕਿਹਾ ਮੈਂ ਤੁਹਾਡੀ ਮਾਂ ਦੀ ਸੇਵਾ ਕਰ ਰਹੀ ਹਾਂ, ਕੁਝ ਗਲਤ ਨਹੀਂ ਕਰ ਰਹੀ। ਤੁਹਾਨੂੰ ਇਸ ਬਾਰੇ ਖੁਸ਼ ਹੋਣਾ ਚਾਹੀਦਾ ਹੈ। ਮੇਰੇ ਪਤੀ ਨੇ ਕਿਹਾ ਕਿ ਮਾਂ ਦੀ ਸੇਵਾ ਕਰਨ ਦੀ ਕੋਈ ਲੋੜ ਨਹੀਂ। ਘਰ ਵਿੱਚ 3 ਭਾਬੀਆਂ ਹਨ, ਉਹਨਾਂ ਵਿੱਚੋਂ ਇੱਕ ਵੀ ਮਾਂ ਦੀ ਸੇਵਾ ਨਹੀਂ ਕਰਦੀ। ਜੇ ਤੁਸੀਂ ਇਹ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋ ਫਿਰ ਤੈਨੂੰ ਹੀ ਸਭ ਕੁਝ ਕਰਨਾ ਪਵੇਗਾ। ਇਸ ਲਈ ਜੇਕਰ ਤੂੰ ਮੇਰੇ ਹਿੱਸੇ ਦਾ ਟਾਈਮ ਮੇਰੀ ਮਾਂ ਨੂੰ ਦੇਵੇਂਗੀ ਤਾਂ ਮੈਂ ਖੁਸ਼ ਨਹੀਂ ਹੋਵਾਂਗਾ। ਮੈਂ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ। ਆਖਿਰ ਮੇਰੀ ਬੁੱਢੀ ਸੱਸ ਦੀ ਵੀ ਸੇਵਾ ਕਿਸੇ ਨੂੰ ਕਰਨੀ ਚਾਹੀਦੀ ਹੈ।
ਮੇਰੇ ਪਤੀ ਨੇ ਕਿਹਾ ਕਿ ਤੁਸੀਂ ਮੇਰੀ ਮਾਂ ਨੂੰ ਛੱਡੋ, ਉਹ ਆਪਣਾ ਧਿਆਨ ਆਪ ਰੱਖ ਸਕਦੀ ਹੈ। ਉਸ ਕੋਲ ਬਹੁਤ ਸਾਰਾ ਪੈਸਾ ਸੀ। ਮੈਨੂੰ ਇਹ ਗੱਲ ਅਜੀਬ ਲੱਗੀ, ਪਰ ਫਿਰ ਵੀ ਮੈਂ ਆਪਣੀ ਸੱਸ ਦੀ ਸੇਵਾ ਕਰਦੀ ਰਹਿੰਦੀ ਸੀ, ਕਿਉਂਕਿ ਮੈਂ ਭੁੱਲ ਨਹੀਂ ਸਕਦੀ ਸੀ ਕਿ ਇੱਕ ਦਿਨ ਉਹਨਾਂ ਨੇ ਸਾਡੇ ਤੇ ਬਹੁਤ ਵੱਡਾ ਉਪਕਾਰ ਕੀਤਾ ਸੀ। ਜੇਕਰ ਉਸ ਸਮੇਂ ਨਾ ਕਰ ਦਿੰਦੀ ਅਤੇ ਸਾਰਿਆਂ ਦੇ ਸਾਹਮਣੇ ਹੰਗਾਮਾ ਮਚਾ ਦਿੰਦੀ ਤਾਂ ਸਾਡੀ ਇੱਜ਼ਤ ਸਭ ਦੇ ਸਾਹਮਣੇ ਖਰਾਬ ਹੋ ਜਾਣੀ ਸੀ। ਮੇਰੇ ਸਹੁਰੇ ਕਿਸੇ ਹੋਰ ਸ਼ਹਿਰ ਤੋਂ ਸਨ, ਇਸ ਲਈ ਸਾਡੇ ਰਿਸ਼ਤੇਦਾਰਾਂ ਜਾਂ ਆਂਢ ਗੁਆਂਢ ਦੇ ਲੋਕਾਂ ਨੂੰ ਮੇਰੀ ਭੈਣ ਬਾਰੇ ਪਤਾ ਨਹੀਂ ਸੀ ਅਤੇ ਇਹ ਵੀ ਨਹੀਂ ਪਤਾ ਸੀ ਕਿ ਮੇਰੀ ਭੈਣ ਦੀ ਜਗ੍ਹਾ ਮੈਂ ਆ ਗਈ ਹਾਂ। ਉਹ ਇਹ ਸੋਚ ਰਹੇ ਸਨ ਕਿ ਮੇਰੀ ਭੈਣ ਵਿਦਾ ਹੋ ਗਈ ਹੈ ਅਤੇ ਮੈਂ ਆਪਣੀ ਨੌਕਰੀ ਲਈ ਕਿਸੇ ਹੋਰ ਸ਼ਹਿਰ ਚਲੀ ਗਈ। ਮੇਰੇ ਮਾਤਾ ਪਿਤਾ ਨੇ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਦੇ ਲੋਕਾਂ ਨੂੰ ਕਹਿ ਦਿੱਤਾ ਸੀ ਕਿ ਮੇਰੀ ਭੈਣ ਆਪਣੀ ਨੌਕਰੀ ਕਾਰਨ ਆਪਣੇ ਪਤੀ ਨਾਲ ਵਿਦੇਸ਼ ਵਿੱਚ ਸ਼ਿਫਟ ਹੋ ਗਈ ਹੈ ਅਤੇ ਮੈਨੂੰ ਕਿਸੇ ਹੋਰ ਸ਼ਹਿਰ ਵਿੱਚ ਬਹੁਤ ਵਧੀਆ ਪੋਸਟਿੰਗ ਤੇ ਨੌਕਰੀ ਮਿਲੀ ਹੈ ਅਤੇ ਮੈਂ ਪੱਕੇ ਤੌਰ ਤੇ ਆਪਣੀ ਨੌਕਰੀ ਤੇ ਚਲੀ ਗਈ ਹਾਂ। ਮੈਂ ਪੜ੍ਹੀ ਲਿਖੀ ਸੀ ਅਤੇ ਇਸ ਕਰਕੇ ਮੈਨੂੰ ਚੰਗੀ ਨੌਕਰੀ ਮਿਲ ਗਈ ਹੈ। ਮੇਰੇ ਮਾਤਾ ਪਿਤਾ ਆਪਣੀ ਇੱਜ਼ਤ ਬਚਾਉਣ ਲਈ ਕਈ ਝੂਠ ਬੋਲ ਰਹੇ ਸਨ। ਗਰਮੀਆਂ ਦਾ ਸੀਜ਼ਨ ਆ ਰਿਹਾ ਸੀ ਅਤੇ ਮੇਰੀ ਸੱਸ ਨੇ ਸਾਰਿਆਂ ਦੇ ਕਮਰੇ ਵਿੱਚ ਏਸੀ ਲਗਾ ਦਿੱਤਾ ਸੀ ਅਤੇ ਸਭ ਨੂੰ ਖਰੀਦਦਾਰੀ ਲਈ ਪੈਸੇ ਵੀ ਦਿੱਤੇ ਸਨ। ਪਰ ਜਦੋਂ ਮੇਰੀ ਸੱਸ ਨੇ ਮੈਨੂੰ ਪੈਸੇ ਦਿੱਤੇ ਤਾਂ ਮੈਂ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ, ਮੇਰਾ ਹੁਣੇ ਵਿਆਹ ਹੋਇਆ ਹੈ, ਮੇਰੇ ਕੋਲ ਪਹਿਨਣ ਲਈ ਬਹੁਤ ਸਾਰੇ ਕੱਪੜੇ ਹਨ। ਫਿਰ ਮੇਰੀ ਜਠਾਣੀ ਨੇ ਕਿਹਾ ਮੈਨੂੰ ਆਪਣੇ ਹਿੱਸੇ ਦੇ ਪੈਸੇ ਦੇ ਦਿਓ, ਕਿਉਂਕਿ ਸਾਡੇ ਵਿਆਹ ਨੂੰ ਬਹੁਤ ਸਮਾਂ ਹੋ ਗਿਆ ਅਤੇ ਸਾਡੇ ਕੋਲ ਤੁਹਾਡੇ ਜਿੰਨੇ ਕੱਪੜੇ ਨਹੀਂ ਹਨ। ਇਹ ਕਹਿ ਕੇ ਉਹ ਉੱਚੀ ਉੱਚੀ ਹੱਸਣ ਲੱਗੀ। ਮੇਰੀ ਸੱਸ ਨੇ ਮੇਰੀ ਜਠਾਣੀ ਨੂੰ ਕਿਹਾ ਕਿ ਠੀਕ ਹੈ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਇਹ ਮਾਨਵੀ ਦੇ ਪੈਸੇ ਹਨ, ਜਦੋਂ ਵੀ ਉਸ ਨੂੰ ਇਸ ਦੀ ਲੋੜ ਹੋਵੇਗੀ ਉਹ ਮੇਰੇ ਕੋਲੋਂ ਲੈ ਲਵੇਗੀ। ਇਹ ਪੈਸੇ ਮੈਂ ਆਪਣੇ ਕੋਲ ਰੱਖ ਲੈਂਦੀ ਹਾਂ। ਇਸ ਮਾਮਲੇ ਤੇ ਮੇਰੀ ਜਠਾਣੀ ਨੇ ਕਿਹਾ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਪਈਆਂ ਹਨ, ਪਰ ਮੈਨੂੰ ਨਹੀਂ ਪਤਾ ਕਿ ਇਹ ਸੁਰੱਖਿਅਤ ਹੈ ਜਾਂ ਨਹੀਂ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ। ਮੇਰੀਆਂ ਤਿੰਨੋਂ ਜਠਾਣੀਆਂ ਮੇਰੀ ਸੱਸ ਨੂੰ ਕਿਸੇ ਨਾ ਕਿਸੇ ਗੱਲ ਤੇ ਤਾਨੇ ਮਾਰਦੀਆਂ ਰਹਿੰਦੀਆਂ ਸਨ। ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਤੁਸੀਂ ਇਹ ਸਾਰੀਆਂ ਗੱਲਾਂ ਕਿਉਂ ਸੁਣਦੇ ਰਹਿੰਦੇ ਹੋ? ਤੁਸੀਂ ਇਸ ਘਰ ਦੇ ਬਜ਼ੁਰਗ ਹੋ ਅਤੇ ਤੁਸੀਂ ਇਹਨਾਂ ਲੋਕਾਂ ਨੂੰ ਜਵਾਬ ਕਿਉਂ ਨਹੀਂ ਦਿੰਦੇ? ਉਸ ਨੇ ਕਿਹਾ ਮੈਨੂੰ ਜਵਾਬ ਦੇਣ ਦੀ ਆਦਤ ਨਹੀਂ ਹੈ, ਮੈਂ ਚੁੱਪਚਾਪ ਸਭ ਕੁਝ ਝੱਲਦੀ ਆ ਰਹੀ ਹਾਂ। ਇਸ ਨੂੰ ਉਹਨਾਂ ਸਾਰਿਆਂ ਦੀ ਚੰਗੀ ਕਿਸਮਤ ਸਮਝੋ ਅਤੇ ਮੇਰੀ ਮਾੜੀ ਕਿਸਮਤ ਕਿ ਤੁਹਾਡੇ ਸਹੁਰੇ ਵਿਆਹ ਤੋਂ ਪਹਿਲਾਂ ਹੀ ਇਸ ਸੰਸਾਰ ਤੋਂ ਚਲੇ ਗਏ, ਨਹੀਂ ਤਾਂ ਅੱਜ ਤੱਕ ਇਹਨਾਂ ਲੋਕਾਂ ਦੀ ਮੇਰੇ ਸਾਹਮਣੇ ਬੋਲਣ ਦੀ ਵੀ ਹਿੰਮਤ ਨਾ ਹੁੰਦੀ ਤੇ ਤੇਰੇ ਸਹੁਰੇ ਨੇ ਇਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਠੀਕ ਕਰ ਦਿੱਤਾ ਹੁੰਦਾ। ਉਹ ਬਹੁਤ ਸਖਤ ਇਨਸਾਨ ਸਨ, ਪਰ ਉਹ ਜਲਦੀ ਹੀ ਇਸ ਸੰਸਾਰ ਨੂੰ ਛੱਡ ਗਏ। ਉਸ ਨੇ ਸਾਰੀ ਉਮਰ ਪੈਸਾ ਕਮਾਇਆ ਅਤੇ ਜਦੋਂ ਘਰ ਬੈਠਣ ਦਾ ਸਮਾਂ ਆਇਆ ਤਾਂ ਉਹ ਸੁੱਖ ਦਾ ਆਨੰਦ ਨਾ ਮਾਣ ਸਕਿਆ। ਇਸੇ ਲਈ ਇਹ ਬੱਚੇ ਇੰਨੇ ਵਿਗੜ ਗਏ ਹਨ ਅਤੇ ਅੱਜ ਉਹ ਮੇਰੀ ਗੱਲ ਨਹੀਂ ਸੁਣਦੇ। ਇਸ ਲਈ ਮੈਂ ਇਹਨਾਂ ਦੇ ਮਾਮਲਿਆਂ ਤੇ ਕਦੇ ਨਹੀਂ ਬੋਲਦੀ। ਪਰ ਇੱਕ ਗੱਲ ਪੱਕੀ ਸੀ, ਮੇਰੀਆਂ ਤਿੰਨੋਂ ਜਠਾਣੀਆਂ ਦੇ ਅਜੇ ਕੋਈ ਔਲਾਦ ਨਹੀਂ ਸੀ। ਮੇਰੇ ਵਿਆਹ ਤੋਂ ਕਈ ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ। ਮੈਂ ਆਪਣੇ ਪਤੀ ਤੋਂ ਛੁਪ ਕੇ ਆਪਣੀ ਸੱਸ ਦੀ ਸੇਵਾ ਕਰਦੀ ਸੀ ਅਤੇ ਉਸ ਨਾਲ ਗੱਲ ਕਰਨ ਲਈ ਉਸਦੇ ਕਮਰੇ ਵਿੱਚ ਜਾਂਦੀ ਸੀ ਤਾਂ ਜੋ ਮੇਰੇ ਪਤੀ ਨੂੰ ਪਤਾ ਨਾ ਲੱਗੇ। ਪਰ ਇੱਕ ਦਿਨ ਉਹ ਅਚਾਨਕ ਘਰ ਆ ਗਿਆ। ਉਦੋਂ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਮੌਜੂਦ ਸੀ ਅਤੇ ਉਹਨਾਂ ਦੇ ਪੈਰ ਦਬਾ ਰਹੀ ਸੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੁਸੀਂ ਤੁਰੰਤ ਆਪਣੇ ਕਮਰੇ ਵਿੱਚ ਚਲੇ ਜਾਓ, ਨਹੀਂ ਤਾਂ ਤੁਹਾਡਾ ਪਤੀ ਆਉਂਦਿਆਂ ਹੀ ਤੁਹਾਨੂੰ ਬੁਰੀ ਤਰ੍ਹਾਂ ਝਿੜਕੇਗਾ। ਮੈਂ ਸੋਚ ਰਹੀ ਸੀ ਕਿ ਝਿੜਕਿਆ ਤਾਂ ਮੈਨੂੰ ਜ਼ਰੂਰ ਜਾਵੇਗਾ। ਜਿਵੇਂ ਹੀ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਮੇਰੇ ਪਤੀ ਨੇ ਕਿਹਾ ਕਿ ਤੁਸੀਂ ਜਿੰਨੇ ਚਲਾਕ ਹੋ ਓਨੇ ਤੁਸੀਂ ਲੱਗਦੇ ਨਹੀਂ ਹੋ। ਜਦੋਂ ਮੈਂ ਪੁੱਛਿਆ ਕਿ ਤੁਹਾਡਾ ਕੀ ਮਤਲਬ ਹੈ ਤਾਂ ਮੇਰੇ ਪਤੀ ਨੇ ਕਿਹਾ ਕਿ ਤੁਸੀਂ ਮੇਰੀ ਮਾਂ ਦੀ ਸੇਵਾ ਕਰ ਰਹੇ ਹੋ, ਕਿਉਂਕਿ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਸਾਰੀ ਜਾਇਦਾਦ ਮੇਰੀ ਮਾਂ ਦੇ ਨਾਮ ਹੈ ਅਤੇ ਉਹ ਜਲਦੀ ਹੀ ਆਪਣੀ ਵਸੀਅਤ ਲਿਖਣ ਜਾ ਰਹੀ ਹੈ। ਇਸ ਗੱਲ ਤੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਤੁਹਾਨੂੰ ਗਲਤਫਹਿਮੀ ਹੋ ਰਹੀ ਹੈ। ਮੈਂ ਉਹਨਾਂ ਦੀ ਸਿਰਫ ਇਸ ਲਈ ਸੇਵਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਸਾਡੇ ਤੇ ਅਹਿਸਾਨ ਕੀਤਾ ਹੈ। ਮੇਰੇ ਪਤੀ ਨੇ ਕਿਹਾ ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ। ਇਸ ਤੇ ਮੈਂ ਸੁੱਖ ਦਾ ਸਾਹ ਲਿਆ ਕਿ ਮੇਰੇ ਪਤੀ ਨੇ ਮੇਰੇ ਬਾਰੇ ਕੁਝ ਤਾਂ ਚੰਗਾ ਕਿਹਾ, ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਮੇਰੇ ਪਤੀ ਇਸ ਗੱਲ ਨਾਲ ਸਹਿਮਤ ਹਨ। ਮੈਨੂੰ ਲੱਗਾ ਕਿ ਹਰ ਚੀਜ਼ ਲਈ ਮੈਨੂੰ ਦੋਸ਼ੀ ਠਹਿਰਾਇਆ ਜਾਵੇਗਾ। ਨਾ ਤਾਂ ਸਾਨੂੰ ਮੇਰੀ ਭੈਣ ਦਾ ਕੋਈ ਫੋਨ ਆਇਆ ਸੀ ਅਤੇ ਨਾ ਹੀ ਸਾਨੂੰ ਉਸ ਬਾਰੇ ਕੋਈ ਖਬਰ ਮਿਲੀ ਸੀ ਅਤੇ ਨਾ ਹੀ ਉਸਨੇ ਸਾਡੇ ਨਾਲ ਗੱਲ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ। ਇਹ ਸਭ ਸੋਚ ਕੇ ਮੈਨੂੰ ਰੋਣਾ ਆ ਗਿਆ। ਉਹ ਜਦੋਂ ਤੋਂ ਗਈ ਸੀ ਕਦੇ ਮੁੜ ਕੇ ਵਾਪਸ ਨਹੀਂ ਆਈ। ਇੱਕ ਦਿਨ ਮੇਰੇ ਵੱਡੇ ਜੇਠ ਜੀ ਦੇ ਕਮਰੇ ਵਿੱਚ ਲੜਾਈ ਦੀਆਂ ਆਵਾਜ਼ਾਂ ਆ ਰਹੀਆਂ ਸਨ ਕਿ ਮੇਰੇ ਪਤੀ ਦੀ ਵੀ ਅੱਖ ਖੁੱਲ ਗਈ। ਉਹਨਾਂ ਨੇ ਕਿਹਾ ਕਿ ਇੱਥੇ ਇਹ ਸਭ ਨਿੱਤ ਦਾ ਕੰਮ ਹੈ
ਅਗਲੇ ਦਿਨ ਚਾਰੇ ਭਰਾ ਬੈਠੇ ਸਨ ਅਤੇ ਮੈਨੂੰ ਸਾਰਿਆਂ ਲਈ ਜੂਸ ਬਣਾਉਣ ਲਈ ਕਿਹਾ ਗਿਆ। ਮੈਂ ਸਾਰਿਆਂ ਲਈ ਜੂਸ ਬਣਾ ਲੈ ਆਈ। ਮੈਂ ਸੁਣਿਆ ਕਿ ਉਹ ਸਾਰੇ ਵਸੀਅਤ ਦੀ ਗੱਲ ਕਰ ਰਹੇ ਸਨ। ਰਾਤ ਨੂੰ ਉਹ ਮੇਰੀ ਸੱਸ ਦੇ ਕਮਰੇ ਵਿੱਚ ਗਏ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਬੁਰੀ ਤਰ੍ਹਾਂ ਬਹਿਸ ਕਰ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹ ਉਸ ਦੀ ਮਾਂ ਨੂੰ ਮਾਰਨ ਜਾ ਰਹੇ ਹੋਣ। ਮੇਰੀ ਸੱਸ ਨੇ ਕਿਹਾ, ਮੈਂ ਨਹੀਂ ਮਰ ਰਹੀ। ਤੁਸੀਂ ਲੋਕ ਵਸੀਅਤ ਲਿਖਣ ਦੀ ਇੰਨੀ ਕਾਹਲੀ ਵਿੱਚ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਇਸ ਤਰ੍ਹਾਂ ਦੀ ਗੱਲ ਕਰਦੇ ਹੋਏ, ਸਭ ਕੁਝ ਤੁਹਾਡਾ ਹੀ ਤਾਂ ਹੈ। ਮੇਰੇ ਤਿੰਨੋਂ ਜੇਠ ਅਤੇ ਉਹਨਾਂ ਦੀਆਂ ਪਤਨੀਆਂ ਨੇ ਮੇਰੀ ਸੱਸ ਨੂੰ ਕਿਹਾ ਕਿ ਤੁਸੀਂ ਜਿਉਂਦੇ ਜੀ ਸਾਨੂੰ ਲਿਖਤੀ ਰੂਪ ਵਿੱਚ ਆਪਣਾ ਹਿੱਸਾ ਦੇ ਦਿਓ, ਨਹੀਂ ਤਾਂ ਬਾਅਦ ਵਿੱਚ ਬਹੁਤ ਮੁਸ਼ਕਲ ਹੋਵੇਗੀ। ਫਿਰ ਤੁਹਾਡੇ ਦਸਤਕ ਨਾਲ ਹੁਣ ਸਭ ਕੁਝ ਠੀਕ ਹੋ ਜਾਵੇਗਾ। ਬਾਅਦ ਵਿੱਚ ਸਾਰੇ ਭਰਾ ਆਪਸ ਵਿੱਚ ਬੁਰੀ ਤਰ੍ਹਾਂ ਲੜਨਗੇ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ। ਜੇਕਰ ਸਾਡੇ ਪਿਤਾ ਜੀ ਜਿਉਂਦੇ ਹੁੰਦੇ ਤਾਂ ਹੁਣ ਤੱਕ ਇਹ ਸਭ ਕਰ ਚੁੱਕੇ ਹੁੰਦੇ। ਮੇਰੀ ਸੱਸ ਨੇ ਕਿਹਾ ਕਿ ਤੁਹਾਡੇ ਪਿਤਾ ਜੀ ਹੁੰਦੇ ਤਾਂ ਤੁਹਾਡੇ ਸਾਰਿਆਂ ਦੇ ਮੂੰਹ ਤੇ ਚਪੇੜ ਮਾਰੀ ਹੁੰਦੀ ਕਿ ਤੁਹਾਡੀ ਮਾਂ ਜਿੰਦਾ ਹੈ ਅਤੇ ਤੁਹਾਨੂੰ ਵਸੀਅਤ ਦੀ ਪਈ ਹੈ। ਮੈਂ ਸਾਰਾ ਘਰ ਚਲਾ ਰਹੀ ਹਾਂ। ਤੁਹਾਡੇ ਚੰਗੇ ਮਾੜੇ ਸਾਰੇ ਖਰਚੇ ਮੈਂ ਝੱਲਦੀ ਹਾਂ। ਘਰ ਦਾ ਰਾਸ਼ਨ ਵੀ ਮੇਰੇ ਪੈਸਿਆਂ ਨਾਲ ਆਉਂਦਾ ਹੈ। ਤੁਸੀਂ ਲੋਕਾਂ ਨੇ ਕਦੇ ਘਰ ਵਿੱਚ 1 ਰੁਪਇਆ ਵੀ ਨਹੀਂ ਖਰਚਿਆ। ਤੁਸੀਂ ਲੋਕ ਸਾਰਾ ਸਮਾਂ ਆਪਣੇ ਪਰਿਵਾਰ ਤੇ ਖਰਚ ਕਰਦੇ ਹੋ। ਕਿਸੇ ਨੇ ਕਦੇ ਵੀ ਮੇਰੀ ਦੇਖਭਾਲ ਨਹੀਂ ਕੀਤੀ ਅਤੇ ਮੈਂ ਹਮੇਸ਼ਾ ਤੁਹਾਡੀ ਦੇਖਭਾਲ ਕੀਤੀ ਹੈ। ਫਿਰ ਵੀ ਅੱਜ ਤੁਸੀਂ ਲੋਕ ਮੇਰੇ ਸਾਹਮਣੇ ਖੜੇ ਹੋ ਕੇ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੇ ਹੋ। ਪਹਿਲਾਂ ਘਰੇਲੂ ਖਰਚੇ 30-40 ਹਜ਼ਾਰ ਰੁਪਏ ਵਿੱਚ ਹੁੰਦੇ ਸਨ। ਹੁਣ 1 ਲੱਖ ਤੋਂ ਵੱਧ ਖਰਚਾ ਹੋਣ ਤੋਂ ਬਾਅਦ ਵੀ ਘਰ ਦੇ ਖਰਚੇ ਪੂਰੇ ਨਹੀਂ ਹੁੰਦੇ। ਮੇਰੀ ਸੱਸ ਬਹੁਤ ਪੜ੍ਹੀ ਲਿਖੀ ਸੀ। ਉਸ ਦਾ ਇਰਾਦਾ ਨੇਕ ਸੀ ਅਤੇ ਉਹ ਆਪਣੇ ਪੁੱਤਰਾਂ ਨਾਲ ਸਿੱਧੀ ਗੱਲ ਕਰਦੀ ਸੀ। ਉਸ ਦੇ ਪੁੱਤਰ ਉਸ ਦੀ ਗੱਲ ਸੁਣ ਕੇ ਚੁੱਪ ਹੋ ਗਏ। ਜਦੋਂ ਮੈਂ ਇਸ ਬਾਰੇ ਬੋਲਣ ਲੱਗੀ ਤਾਂ ਮੇਰੇ ਪਤੀ ਨੇ ਕਿਹਾ ਕਿ ਤੁਹਾਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈ। ਮੇਰੇ ਪਤੀ ਕਹਿਣ ਲੱਗੇ, ਭਾਬੀਆਂ ਨੂੰ ਦੇਖੋ, ਉਹ ਹਰ ਗੱਲ ਵਿੱਚ ਆਪਣੇ ਪਤੀ ਦਾ ਸਾਥ ਦਿੰਦੀਆਂ ਹਨ ਅਤੇ ਤੁਸੀਂ ਮੇਰੀ ਮਾਂ ਦੀ ਨੌਕਰਾਣੀ ਬਣ ਗਏ ਹੋ। ਲੱਗਦਾ ਹੈ ਕਿ ਸ਼ਾਇਦ ਤੁਹਾਡੀ ਭੈਣ ਤੁਹਾਡੇ ਨਾਲੋਂ ਜ਼ਿਆਦਾ ਸਮਝਦਾਰ ਹੋਵੇਗੀ। ਮੇਰੇ ਲਈ ਚੰਗਾ ਹੁੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਨ ਦੀ ਬਜਾਏ ਤੁਹਾਡੀ ਭੈਣ ਨਾਲ ਵਿਆਹ ਕਰ ਲੈਂਦਾ। ਅਸੀਂ ਦੋਵੇਂ ਪਤੀ ਪਤਨੀ ਇਸ ਗੱਲ ਨੂੰ ਲੈ ਕੇ ਕਾਫੀ ਬਹਿਸ ਕਰਦੇ ਰਹੇ ਅਤੇ ਇਹ ਛੋਟੀ ਜਿਹੀ ਲੜਾਈ ਬਹੁਤ ਵੱਡੀ ਲੜਾਈ ਵਿੱਚ ਬਦਲ ਗਈ। ਉਹਨਾਂ ਨੇ ਆਪਣੀ ਮਾਂ ਨੂੰ ਜ਼ਬਰਦਸਤੀ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਤੰਗ ਆ ਕੇ ਆਪਣੀ ਜਾਇਦਾਦ ਆਪਣੇ ਪੁੱਤਰਾਂ ਨੂੰ ਸੌਂਪ ਦੇਵੇ। ਘਰ ਵਿੱਚ ਰੋਜ਼ ਲੜਾਈਆਂ ਹੁੰਦੀਆਂ ਸਨ। ਮੇਰੀ ਸੱਸ ਨੇ ਕਿਹਾ ਕਿ ਜਦੋਂ ਤੱਕ ਮੈਂ ਜਿੰਦਾ ਹਾਂ ਉਦੋਂ ਤੱਕ ਅਜਿਹਾ ਨਹੀਂ ਹੋਵੇਗਾ। ਮੈਂ ਜਿੰਨਾ ਚਿਰ ਜਿਉਂਦੀ ਹਾਂ ਤੁਹਾਡੇ ਨਾਮ ਤੇ ਕੁਝ ਨਹੀਂ ਕਰਾਂਗੀ। ਘਰ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਸੀ। ਮੈਂ ਵੀ ਚਿੰਤਤ ਸੀ ਤੇ ਮੇਰੀ ਸੱਸ ਵੀ ਚਿੰਤਤ ਸੀ। ਮੇਰੀ ਸੱਸ ਨੇ ਕਿਹਾ ਕਿ ਮੈਂ ਆਪਣੇ ਬੇਟਿਆਂ ਨੂੰ ਕੁਝ ਨਹੀਂ ਦੇਣਾ ਚਾਹੁੰਦੀ ਕਿਉਂਕਿ ਇਹ ਲੋਕ ਕਿਸੇ ਚੀਜ਼ ਦੇ ਯੋਗ ਨਹੀਂ ਸਨ। ਮੇਰੀ ਸੱਸ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਇਹ ਸਭ ਮੇਰੇ ਪਤੀ ਨੇ ਬਣਾਇਆ ਹੈ, ਤੁਸੀਂ ਲੋਕਾਂ ਨੇ ਇਹ ਨਹੀਂ ਬਣਾਇਆ। ਤੁਹਾਨੂੰ ਘਰ ਮਿਲ ਰਿਹਾ ਹੈ, ਤੁਹਾਨੂੰ ਭੋਜਨ ਮਿਲ ਰਿਹਾ ਹੈ, ਤੁਹਾਡੇ ਲਈ ਇਹ ਕਾਫੀ ਹੈ। ਤੁਸੀਂ ਲੋਕਾਂ ਨੂੰ ਇਸ ਤੋਂ ਖੁਸ਼ ਹੋਣਾ ਚਾਹੀਦਾ ਹੈ। ਮੇਰੀ ਸੱਸ ਨੇ ਤਾਂ ਆਪਣੇ ਪੁੱਤਰਾਂ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਮੈਂ ਆਪਣੀ ਸਾਰੀ ਜਾਇਦਾਦ ਗਰੀਬਾਂ ਨੂੰ ਦਾਨ ਕਰ ਦੇਵਾਂ ਅਤੇ ਸ਼ਾਂਤੀ ਨਾਲ ਮਰ ਜਾਵਾਂ। ਮੇਰੀ ਸੱਸ ਬਹੁਤ ਚਿੰਤਤ ਸੀ ਕਿ ਇੱਕ ਵਿਅਕਤੀ ਆਪਣੇ ਬੱਚਿਆਂ ਲਈ ਕਿੰਨੀਆਂ ਮੁਸੀਬਤਾਂ ਵਿੱਚੋਂ ਲੰਘਦਾ ਹੈ ਅਤੇ ਆਪਣੇ ਬੱਚਿਆਂ ਨੂੰ ਕਿੰਨੀ ਮੁਸੀਬਤ ਨਾਲ ਪੈਦਾ ਕਰਦਾ ਹੈ। ਇਸ ਤੋਂ ਬਾਅਦ ਵੀ ਉਹ ਦੁਖੀ ਹੈ। ਜਦੋਂ ਤੱਕ ਉਹ ਜਿਉਂਦਾ ਹੈ ਉਹ ਬੱਚਿਆਂ ਬਾਰੇ ਸੋਚਦਾ ਰਹਿੰਦਾ ਹੈ। ਮੇਰੀ ਸੱਸ ਨੇ ਕਿਹਾ ਕਿ ਮੈਂ 4 ਪੁੱਤਰਾਂ ਦੀ ਮਾਂ ਹਾਂ, ਪਰ ਅੱਜ ਮੈਂ ਬਹੁਤ ਸ਼ਰਮ ਮਹਿਸੂਸ ਕਰ ਰਹੀ ਹਾਂ ਕਿ ਮੇਰਾ ਇੱਕ ਵੀ ਪੁੱਤਰ ਨਹੀਂ ਹੈ ਜਿਸ ਨੇ ਕਦੇ ਮੇਰੀ ਦੇਖਭਾਲ ਕੀਤੀ ਹੋਵੇ। ਦੂਜੇ ਪਾਸੇ ਮੇਰੀ ਸੱਸ ਦੇ ਪੁੱਤਰਾਂ ਨੇ ਪ੍ਰਾਪਰਟੀ ਦਾ ਕਾਗਜ਼ਾਤ ਬਣਾ ਕੇ ਮਾਂ ਦੇ ਦਸਤਕਾਂ ਦੀ ਬਜਾਏ ਉਸ ਦੇ ਅੰਗੂਠੇ ਦਾ ਨਿਸ਼ਾਨ ਲਗਵਾਉਣ ਦੀ ਯੋਜਨਾ ਬਣਾਈ ਸੀ। ਉਹ ਇਹ ਕੰਮ ਧੋਖੇ ਨਾਲ ਕਰਨਾ ਚਾਹੁੰਦੇ ਸਨ। ਉਸਨੇ ਸੋਚਿਆ ਕਿ ਉਸ ਦੀ ਮਾਂ ਨੂੰ ਵੀ ਪਤਾ ਨਹੀਂ ਲੱਗੇਗਾ, ਉਹ ਜ਼ਬਰਦਸਤੀ ਅੰਗੂਠਾ ਲੈ ਲਵੇਗਾ। ਪਰ ਮੇਰੀ ਸੱਸ ਨੇ ਇਹ ਸੁਣ ਲਿਆ ਸੀ ਅਤੇ ਆਪਣੇ ਪੁੱਤਰਾਂ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਸੁਣੀਆਂ ਸਨ। ਉਹ ਰੋਂਦੀ ਹੋਈ ਬੇਹੋਸ਼ ਹੋ ਗਈ। ਉਸ ਨੂੰ ਆਪਣੇ ਪੁੱਤਰਾਂ ਤੋਂ ਅਜਿਹੀ ਉਮੀਦ ਨਹੀਂ ਸੀ। ਉਸ ਦੇ ਪੁੱਤਰ ਹੱਦ ਪਾਰ ਕਰ ਗਏ ਸਨ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਬੇਟਾ ਇਸ ਹੱਦ ਤੱਕ ਡਿੱਗ ਜਾਵੇਗਾ ਅਤੇ ਉਹਨਾਂ ਦੀਆਂ ਪਤਨੀਆਂ ਦਿਨ ਰਾਤ ਆਪਣੇ ਪਤੀਆਂ ਨੂੰ ਉਂਗਲਾਂ ਲਾਉਂਦੀਆਂ ਰਹਿੰਦੀਆਂ ਸਨ ਅਤੇ ਮੇਰਾ ਪਤੀ ਵੀ ਆਪਣੀਆਂ ਭਰਜਾਈਆਂ ਦੀਆਂ ਗੱਲਾਂ ਸੁਣਦਾ ਰਹਿੰਦਾ ਸੀ। ਮੇਰੀ ਸੱਸ ਨੇ ਕਦੇ ਕਿਸੇ ਨੂੰਹ ਨਾਲ ਦੁਰਵਿਹਾਰ ਜਾਂ ਮਾੜਾ ਵਿਵਹਾਰ ਨਹੀਂ ਕੀਤਾ ਸੀ, ਕਦੇ ਉਹਨਾਂ ਨਾਲ ਬੇਰਹਿਮੀ ਨਾਲ ਗੱਲ ਵੀ ਨਹੀਂ ਕੀਤੀ। ਫਿਰ ਵੀ ਉਹ ਉਸ ਦੀ ਦੁਸ਼ਮਣ ਬਣੀਆਂ ਰਹਿੰਦੀਆਂ ਸਨ। ਇਹ ਸੋਚ ਕੇ ਮੈਨੂੰ ਬਹੁਤ ਬੁਰਾ ਲੱਗਾ। ਇੱਕ ਰਾਤ ਸਾਡੇ ਘਰ ਬਹੁਤ ਲੜਾਈ ਹੋਈ। ਹਰ ਕੋਈ ਆਪਣੀ ਹੱਦ
ਪਾਰ ਕਰ ਗਿਆ ਸੀ। ਅੱਜ ਚਾਰੇ ਪੁੱਤਰਾਂ ਨੇ ਵੀ ਮਾਂ ਤੇ ਹੱਥ ਚੁੱਕ ਲਿਆ ਸੀ। ਇਹ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੇਰੀ ਸੱਸ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ। ਮੈਂ ਉਸ ਦੀ ਸਿਹਤ ਦਾ ਹਾਲ ਚਾਲ ਪੁੱਛਣ ਗਈ। ਉਸਨੇ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ। ਮੈਂ ਸੋਚਿਆ ਸ਼ਾਇਦ ਉਹ ਬਹੁਤ ਪਰੇਸ਼ਾਨ ਸੀ। ਮੈਂ ਉਹਨਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਸਮਝਿਆ। ਇਸ ਤੋਂ ਬਾਅਦ ਮੈਂ ਵੀ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਮੇਰੀ ਸੱਸ ਨੂੰ ਪਤਾ ਲੱਗਾ ਕਿ ਉਸਦੇ ਪੁੱਤਰ ਇਸ ਹੱਦ ਤੱਕ ਡਿੱਗ ਗਏ ਨੇ। ਉਹ ਬਹੁਤ ਉਦਾਸ ਮਹਿਸੂਸ ਕਰਨ ਲੱਗੀ। ਮੇਰੀ ਸੱਸ ਨੂੰ ਮੇਰੇ ਤੋਂ ਬਿਨਾਂ ਕਿਸੇ ਤੇ ਭਰੋਸਾ ਨਹੀਂ ਸੀ, ਕਿਉਂਕਿ ਉਸਦੇ ਆਪਣੇ ਬੱਚੇ ਉਸਦੀ ਜਾਨ ਦੇ ਦੁਸ਼ਮਣ ਬਣ ਚੁੱਕੇ ਸਨ। ਇੱਕ ਦਿਨ ਮੇਰੇ ਪਤੀ ਨੇ ਕਿਹਾ ਕਿ ਮੇਰੀ ਮਾਂ ਤੁਹਾਡੇ ਤੇ ਬਹੁਤ ਭਰੋਸਾ ਕਰਦੀ ਹੈ। ਉਹ ਕਦੇ ਸਾਡੇ ਹੱਥੋਂ ਇੱਕ ਗਲਾਸ ਪਾਣੀ ਦਾ ਵੀ ਨਹੀਂ ਪੀਂਦੀ। ਇਸ ਲਈ ਤੁਸੀਂ ਉਸ ਨੂੰ ਚਾਹ ਵਿੱਚ ਮਿਲਾ ਕੇ ਉਸ ਨੂੰ ਬੇਹੋਸ਼ ਹੋਣ ਵਾਲੀ ਦਵਾਈ ਦੇ ਦਿਓ ਤਾਂ ਜੋ ਅਸੀਂ ਉਸ ਦਾ ਅੰਗੂਠਾ ਲਗਾ ਸਕੀਏ। ਮੈਂ ਕਿਹਾ ਮੈਂ ਅਜਿਹਾ ਬਿਲਕੁਲ ਨਹੀਂ ਕਰਾਂਗੀ। ਮੇਰੀ ਸੱਸ ਮੇਰੀ ਮਾਂ ਵਰਗੀ ਹੈ ਅਤੇ ਮੈਂ ਆਪਣੀ ਸੱਸ ਨਾਲ ਕੁਝ ਗਲਤ ਨਹੀਂ ਕਰ ਸਕਦੀ। ਮੇਰੇ ਪਤੀ ਨੇ ਕਿਹਾ ਕਿ ਇਹ ਸਿਰਫ ਤੁਹਾਡੇ ਫਾਇਦੇ ਲਈ ਹੈ। ਜੋ ਵੀ ਜਾਇਦਾਦ ਮੈਨੂੰ ਮਿਲੂਗੀ ਉਹ ਤੁਹਾਡੀ ਹੀ ਹੋਵੇਗੀ। ਤੁਸੀਂ ਮੇਰੀਆਂ ਭਰਜਾਈਆਂ ਨੂੰ ਦੇਖੋ, ਉਹ ਕਿੰਨੀਆਂ ਅਕਲਮੰਦ ਹਨ। ਇਹ ਮੇਰੀ ਕਿਸਮਤ ਹੈ ਕਿ ਮੈਂ ਤੁਹਾਡੇ ਨਾਲ ਵਿਆਹ ਕੀਤਾ ਹੈ ਅਤੇ ਮੈਂ ਤੁਹਾਨੂੰ ਮਿਲ ਗਿਆ ਹਾਂ। ਬਸ ਕਰੋ ਇਹ ਦਿਖਾਵਾ ਕਰਨ ਨਾਲ ਤੁਹਾਨੂੰ ਕੁਝ ਨਹੀਂ ਮਿਲੇਗਾ। ਉਹ ਤੁਹਾਡੀ ਸੱਸ ਹੈ ਅਤੇ ਸੱਸ ਅਤੇ ਨੂੰਹ ਵਿਚਕਾਰ ਕਦੇ ਵੀ ਦੋਸਤੀ ਨਹੀਂ ਹੋ ਸਕਦੀ। ਮੇਰੇ ਪਤੀ ਨੇ ਪਹਿਲਾਂ ਤਾਂ ਮੈਨੂੰ ਬੜੇ ਪਿਆਰ ਨਾਲ ਸਮਝਾਇਆ, ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਉਸਨੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਤਲਾਕ ਦੇ ਦਿਆਂਗਾ। ਮੈਂ ਕਿਹਾ ਮੈਂ ਤੇਰੇ ਵਰਗੇ ਬੰਦੇ ਨਾਲ ਨਹੀਂ ਰਹਿਣਾ ਚਾਹੁੰਦੀ। ਬਿਹਤਰ ਹੈ ਕਿ ਤੁਸੀਂ ਮੈਨੂੰ ਤਲਾਕ ਦੇ ਦਿਓ। ਜਿਹੜਾ ਬੰਦਾ ਆਪਣੀ ਮਾਂ ਨੂੰ ਧੋਖਾ ਦੇਣ ਲਈ ਤਿਆਰ ਹੈ ਉਹ ਕੱਲ ਨੂੰ ਆਪਣੀ ਪਤਨੀ ਨੂੰ ਵੀ ਵੇਚ ਦੇਵੇਗਾ। ਇਸ ਤੇ ਮੇਰੇ ਪਤੀ ਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ। ਮੇਰੀ ਸੱਸ ਨੇ ਮੇਰੇ ਮੂੰਹ ਤੇ ਥੱਪੜ ਦਾ ਨਿਸ਼ਾਨ ਦੇਖਿਆ। ਉਸਨੇ ਮੈਨੂੰ ਪੁੱਛਿਆ ਕਿ ਤੇਰੇ ਚਿਹਰੇ ਤੇ ਕੀ ਹੋਇਆ। ਮੈਂ ਕਿਹਾ ਮੈਂ ਪੌੜੀਆਂ ਤੋਂ ਹੇਠਾਂ ਡਿੱਗ ਗਈ ਸੀ, ਇਸ ਕਰਕੇ ਮੈਨੂੰ ਸੱਟ ਲੱਗੀ ਹੈ। ਮੇਰੀ ਸੱਸ ਮੈਨੂੰ ਕਹਿਣ ਲੱਗੀ ਮੈਂ ਬੁੱਢੀ ਹੋ ਗਈ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਡਿੱਗੇ ਨਹੀਂ, ਪਰ ਤੁਹਾਡੇ ਪਤੀ ਨੇ ਤੁਹਾਡੇ ਤੇ ਹੱਥ ਉਠਾਇਆ ਹੈ। ਤੁਸੀਂ ਮੇਰੇ ਤੋਂ ਕੁਝ ਲੁਕੋ ਰਹੇ ਹੋ। ਹੁਣ ਮੈਨੂੰ ਸਾਫ਼-ਸਾਫ਼ ਦੱਸੋ ਕਿ ਮਾਮਲਾ ਕੀ ਹੈ। ਮੈਂ ਉਸ ਨੂੰ ਸੱਚ ਨਹੀਂ ਦੱਸਿਆ ਕਿਉਂਕਿ ਮੈਂ ਉਸ ਨੂੰ ਹੋਰ ਪਰੇਸ਼ਾਨ ਕਰਨਾ ਨਹੀਂ ਚਾਹੁੰਦੀ ਸੀ, ਪਰ ਸ਼ਾਇਦ ਉਹ ਸਾਰੀ ਗੱਲ ਸਮਝ ਰਹੀ ਸੀ। ਮੈਨੂੰ ਦੇਖਦਿਆਂ ਹੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਉਹ ਰੋਣ ਲੱਗ ਪਈ। ਦਿਨ ਐਵੇਂ ਹੀ ਬੀਤ ਰਹੇ ਸਨ। ਇੱਕ ਦਿਨ ਪਤਾ ਨਹੀਂ ਕੀ ਹੋਇਆ, ਮੈਂ ਰਾਤ ਨੂੰ ਸਮੇਂ ਤੋਂ ਪਹਿਲਾਂ ਹੀ ਸੌਂ ਗਈ, ਪਰ ਰਾਤ ਕਰੀਬ 2 ਵਜੇ ਅਚਾਨਕ ਮੇਰੀ ਸੱਸ ਦੇ ਚੀਕਣ ਦੀ ਆਵਾਜ਼ ਸੁਣ ਕੇ ਜਾਗ ਪਈ। ਮੈਂ ਉਸ ਦੇ ਕਮਰੇ ਵੱਲ ਭੱਜੀ। ਜਿਵੇਂ ਹੀ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਤਾਂ ਮੈਂ ਉੱਥੇ ਆਪਣੀ ਸੱਸ ਦੇ ਚਾਰੇ ਪੁੱਤਰ ਅਤੇ ਉਹਨਾਂ ਦੀਆਂ ਪਤਨੀਆਂ ਨੂੰ ਖੜੇ ਦੇਖਿਆ। ਮੈਂ ਹੈਰਾਨ ਸੀ ਕਿ ਹੁਣ ਕੀ ਹੋ ਰਿਹਾ ਹੈ। ਜਦੋਂ ਮੈਂ ਸਾਹਮਣੇ ਨਜ਼ਾਰਾ ਦੇਖਿਆ ਮੈਂ ਸਮਝ ਗਈ ਅਤੇ ਇਹ ਦੇਖ ਕੇ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਅਤੇ ਮੈਂ ਬੁਰੀ ਤਰ੍ਹਾਂ ਰੋ ਰਹੀ ਸੀ, ਕਿਉਂਕਿ ਉਹ ਸਾਰੇ ਲੋਕ ਆਪਣੀ ਯੋਜਨਾ ਵਿੱਚ ਕਾਮਯਾਬ ਹੋ ਗਏ ਸਨ। ਉਹਨਾਂ ਨੇ ਆਪਣੀ ਮਾਂ ਨੂੰ ਜਾਇਦਾਦ ਦੇ ਕਾਗਜ਼ ਤੇ ਦਸਤਖਤ ਕਰਵਾ ਲਏ ਸੀ ਅਤੇ ਮਾਂ ਦੇ ਹੱਥ ਤੋੜ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਸਵੇਰ ਦੇ 6 ਵਜੇ ਸਨ। ਮੇਰੀ ਸੱਸ ਘਰ ਨਹੀਂ ਸੀ। ਘਰ ਦੇ ਵਿਹੜੇ ਵਿੱਚ ਫਰਸ਼ ਤੇ ਉਸ ਦੇ ਖਿੱਚਣ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ। ਚਾਰੇ ਭਰਾਵਾਂ ਨੇ ਆਪਣੀ ਮਾਂ ਨਾਲ ਬਹੁਤ ਬੁਰਾ ਕੀਤਾ ਸੀ ਅਤੇ ਉਹ ਸਾਰੇ ਬਹੁਤ ਖੁਸ਼ ਦਿਖਾਈ ਦਿੰਦੇ ਸਨ। ਜਾਇਦਾਦ ਦੇ ਕਾਗਜ਼ਾਤ ਉਸ ਦੇ ਹੱਥਾਂ ਵਿੱਚ ਸਨ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਮਾਂ ਨਾਲ ਬਹੁਤ ਮਾੜਾ ਕੀਤਾ ਹੈ ਤਾਂ ਰੱਬ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ। ਇਹ ਸੁਣ ਕੇ ਮੇਰੇ ਵੱਡੇ ਜੇਠ ਜੀ ਨੇ ਮੇਰੇ ਪਤੀ ਨੂੰ ਕਿਹਾ ਕਿ ਹੁਣ ਤੁਹਾਡੇ ਕੋਲ ਬਹੁਤ ਦੌਲਤ ਹੈ, ਇਸ ਲਈ ਤੁਹਾਨੂੰ ਉਸ ਵਰਗੀਆਂ ਬਹੁਤ ਸਾਰੀਆਂ ਲੜਕੀਆਂ ਮਿਲਣਗੀਆਂ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਨੂੰ ਹੁਣੇ ਆਪਣੇ ਘਰੋਂ ਬਾਹਰ ਕੱਢ ਦਿਓ, ਨਹੀਂ ਤਾਂ ਕੱਲ ਨੂੰ ਇਹ ਸਭ ਕੁਝ ਦੱਸ ਦੇਵੇਗੀ ਅਤੇ ਅਸੀਂ ਫਸ ਜਾਵਾਂਗੇ। ਮੈਂ ਉਹਨਾਂ ਲੋਕਾਂ ਨੂੰ ਬਹੁਤ ਕੁਝ ਕਹਿਣਾ ਚਾਹੁੰਦੀ ਸੀ, ਪਰ ਇਸ ਸਮੇਂ ਮੇਰੇ ਦਿਮਾਗ ਵਿੱਚ ਇਹੀ ਗੱਲ ਚੱਲ ਰਹੀ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਸੱਸ ਕਿੱਥੇ ਹੈ। ਮੈਂ ਜਾ ਕੇ ਆਪਣੀ ਸੱਸ ਦੀ ਮਦਦ ਕਰਾਂ। ਇਹਨਾਂ ਸਾਰੇ ਲੋਕਾਂ ਨੇ ਉਸ ਨਾਲ ਬਹੁਤ ਮਾੜਾ ਕੀਤਾ ਸੀ। ਸਾਰੀ ਜਾਇਦਾਦ ਆਪਣੇ ਨਾਂ ਕਰਵਾ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਮੈਂ ਝੱਟ ਘਰੋਂ ਨਿਕਲਣ ਲੱਗੀ। ਜਾਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਿਹਾ ਸੀ ਕਿ ਤੁਸੀਂ ਆਪਣੀ ਮਾਂ ਨਾਲ ਕੀਤੇ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ। ਮਾਂ ਦਾ ਸਰਾਪ ਤੁਹਾਨੂੰ ਜੀਣ ਨਹੀਂ ਦੇਵੇਗਾ। ਤੇ ਉਸਨੇ ਮੈਨੂੰ ਕਿਹਾ ਕਿ ਅੱਖਾਂ ਖੋਲ ਕੇ ਦੇਖ, ਸਾਡੇ ਹੱਥਾਂ ਵਿੱਚ ਜਾਇਦਾਦ ਦੇ ਕਾਗਜ਼ ਹਨ। ਸਾਨੂੰ ਸਜ਼ਾ ਨਹੀਂ ਮਿਲ ਸਕਦੀ, ਪਰ ਚੰਗੇ ਦਿਨ ਆਉਣ ਵਾਲੇ ਹਨ। ਮੇਰੇ ਪਤੀ ਨੇ ਕਿਹਾ ਅੱਜ ਤੋਂ ਬਾਅਦ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਤਲਾਕ ਦੇ ਕਾਗਜ਼ ਤੁਹਾਡੇ ਘਰ ਭੇਜਾਂਗਾ ਅਤੇ ਤੁਹਾਡੇ ਪਰਿਵਾਰ ਨੂੰ ਬਦਨਾਮ ਕਰਾਂਗਾ। ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਝੱਟ ਉਸ ਘਰੋਂ ਬਾਹਰ ਆ ਗਈ ਅਤੇ ਆਪਣੀ ਸੱਸ ਨੂੰ ਲੱਭਣ ਲੱਗੀ।
ਪਰ ਜਿਵੇਂ ਹੀ ਮੈਂ ਘਰੋਂ ਬਾਹਰ ਨਿਕਲੀ, ਮੈਂ ਆਪਣੇ ਦੋਵੇਂ ਕੰਨਾਂ ਤੇ ਹੱਥ ਰੱਖ ਲਿਆ, ਕਿਉਂਕਿ ਸਾਡੇ ਘਰ ਵਿੱਚ ਅਚਾਨਕ ਧਮਾਕਾ ਹੋ ਗਿਆ ਸੀ। ਸ਼ਾਇਦ ਸਾਡੇ ਘਰ ਦਾ ਸਿਲੰਡਰ ਫਟ ਗਿਆ ਸੀ। ਘਰ ਨੂੰ ਬੁਰੀ ਤਰ੍ਹਾਂ ਨਾਲ ਅੱਗ ਲੱਗ ਗਈ ਸੀ ਅਤੇ ਲੋਕਾਂ ਦੀ ਵੱਡੀ ਭੀੜ ਉੱਥੇ ਇਕੱਠੀ ਹੋ ਗਈ ਸੀ। ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ। ਘਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇੰਨੀ ਖਤਰਨਾਕ ਅੱਗ ਮੈਂ ਪਹਿਲਾਂ ਕਦੇ ਨਹੀਂ ਦੇਖੀ ਸੀ। ਇਸ ਹਾਦਸੇ ਕਾਰਨ ਹੋਰ ਘਰਾਂ ਤੇ ਵੀ ਅਸਰ ਹੋ ਗਿਆ। ਮੇਰਾ ਸਹੁਰਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਜਦੋਂ ਮੈਂ ਇਹ ਸਭ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਇਸ ਤੋਂ ਬਾਅਦ ਮੇਰੀ ਨਜ਼ਰ ਰੱਬ ਵੱਲ ਗਈ ਕਿ ਇਹਨਾਂ ਲੋਕਾਂ ਨੂੰ ਸਜ਼ਾ ਹੋਈ ਹੈ, ਕਿਉਂਕਿ ਘਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਕੋਈ ਵੀ ਜਿਉਂਦਾ ਨਹੀਂ ਬਚੇਗਾ। ਸ਼ਾਇਦ ਮੇਰੀ ਜਾਨ ਬਚ ਗਈ ਸੀ। ਇਸੇ ਲਈ ਮੈਂ ਝੱਟ ਉਸ ਘਰੋਂ ਬਾਹਰ ਆ ਗਈ। ਮੈਂ ਆਪਣੀ ਸੱਸ ਨੂੰ ਲੱਭ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਉਸ ਦਾ ਇਲਾਜ ਕਰਵਾਇਆ। ਕੁਝ ਦਿਨਾਂ ਬਾਅਦ ਮੇਰੀ ਸੱਸ ਦਾ ਹੱਥ ਵੀ ਠੀਕ ਹੋ ਗਿਆ ਅਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ 3 ਵੱਡੇ ਪੁੱਤਰ ਇਸ ਦੁਨੀਆ ਤੋਂ ਚਲੇ ਗਏ ਹਨ ਅਤੇ ਉਸ ਦੀਆਂ 3 ਨੂੰਹਾਂ ਵੀ ਇਸ ਤਰ੍ਹਾਂ ਸੜ ਗਈਆਂ ਹਨ ਅਤੇ ਉਹ ਵੀ ਇਸ ਦੁਨੀਆ ਵਿੱਚ ਨਹੀਂ ਰਹੀਆਂ। ਪਰ ਉਸ ਦਾ ਸਭ ਤੋਂ ਛੋਟਾ ਪੁੱਤਰ, ਜੋ ਕਿ ਮੇਰਾ ਪਤੀ ਸੀ, ਅਜੇ ਵੀ ਗੰਭੀਰ ਹਾਲਤ ਵਿੱਚ ਸੀ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਹ ਜਿੰਦਾ ਸੀ, ਪਰ ਕੁਝ ਕਹਿਣ ਦੇ ਯੋਗ ਨਹੀਂ ਸੀ। ਜਦੋਂ ਮੈਂ ਇਹ ਖਬਰ ਆਪਣੀ ਸੱਸ ਨੂੰ ਦੱਸੀ ਤਾਂ ਉਹ ਚੁੱਪ ਹੋ ਗਈ। ਇੰਜ ਲੱਗ ਰਿਹਾ ਸੀ ਜਿਵੇਂ ਉਹ ਕੋਮਾ ਵਿੱਚ ਚਲੀ ਗਈ ਹੋਵੇ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਪਰ ਕੁਝ ਦਿਨਾਂ ਬਾਅਦ ਖਬਰ ਆਈ ਕਿ ਇਲਾਜ ਦੌਰਾਨ ਮੇਰਾ ਪਤੀ ਵੀ ਇਸ ਦੁਨੀਆ ਤੋਂ ਚਲਾ ਗਿਆ। ਹੁਣ ਅਸੀਂ ਸੱਸ ਤੇ ਨੂੰਹ ਇਕੱਲੇ ਰਹਿ ਗਏ। ਕਈ ਦਿਨਾਂ ਦੇ ਇਲਾਜ ਤੋਂ ਬਾਅਦ ਮੇਰੀ ਸੱਸ ਬਿਲਕੁਲ ਠੀਕ ਹੋ ਗਈ ਸੀ। ਮੇਰੇ ਪਤੀ ਦੀ ਹਾਲਤ ਬਹੁਤ ਗੰਭੀਰ ਸੀ, ਇਸ ਕਾਰਨ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਮੈਂ ਆਪਣੀ ਸੱਸ ਨਾਲ ਉਸਦੇ ਦੂਜੇ ਘਰ ਵਿੱਚ ਰਹਿੰਦੀ ਹਾਂ, ਜੋ ਉਸਨੇ ਪਹਿਲਾਂ ਕਿਰਾਏ ਤੇ ਦਿੱਤਾ ਸੀ। ਮੈਂ ਆਪਣੀ ਸੱਸ ਨੂੰ ਇਕੱਲੀ ਨਹੀਂ ਛੱਡ ਸਕਦੀ ਸੀ। ਹੁਣ ਮੈਂ ਨੌਕਰੀ ਕਰਦੀ ਹਾਂ ਅਤੇ ਆਪਣੀ ਸੱਸ ਦਾ ਬਹੁਤ ਧਿਆਨ ਰੱਖਦੀ ਹਾਂ। ਮੇਰੀ ਸੱਸ ਮੈਨੂੰ ਆਪਣੀਆਂ ਧੀਆਂ ਵਾਂਗ ਪਾਲਦੀ ਹੈ। ਉਸ ਦੇ ਪੁੱਤਰ ਲਾਲਚ ਦੀਆਂ ਹੱਦਾਂ ਪਾਰ ਕਰ ਗਏ ਸਨ, ਪਰ ਉਹਨਾਂ ਸਾਰਿਆਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਸੀ। ਰੱਬ ਨੇ ਉਹਨਾਂ ਨੂੰ ਇਸ ਦੁਨੀਆ ਵਿੱਚ ਹੀ ਸਜ਼ਾ ਦੇ ਦਿੱਤੀ ਸੀ। ਇਸ ਹਾਦਸੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਮਾਂ ਨੂੰ ਦੁੱਖ ਦੇਣਾ ਬਹੁਤ ਵੱਡੀ ਸਜ਼ਾ ਹੈ। ਇਸ ਲਈ ਤੁਹਾਨੂੰ ਕਦੇ ਵੀ ਆਪਣੀ ਮਾਂ ਨੂੰ ਦੁਖੀ ਨਹੀਂ ਕਰਨਾ ਚਾਹੀਦਾ। ਮਾਂ ਹੀ ਹੈ ਜੋ ਸਾਡੀਆਂ ਚੰਗੀਆਂ ਮਾੜੀਆਂ ਸਮੱਸਿਆਵਾਂ ਨੂੰ ਸਮਝਦੀ ਹੈ। ਜੇਕਰ ਅਸੀਂ ਬੁਢਾਪੇ ਵਿੱਚ ਆਪਣੀ ਮਾਪਿਆਂ ਦਾ ਸਾਥ ਨਹੀਂ ਦਿੰਦੇ ਤਾਂ ਇਹ ਸਾਡੀ ਸਭ ਤੋਂ ਵੱਡੀ ਭੁੱਲ ਹੈ। ਮਾਂ-ਬਾਪ ਨੂੰ ਨਾਰਾਜ਼ ਕਰਨ ਵਾਲਾ ਕਦੇ ਵੀ ਖੁਸ਼ ਨਹੀਂ ਹੁੰਦਾ ਅਤੇ ਰੱਬ ਵੀ ਉਸ ਵਿਅਕਤੀ ਤੋਂ ਨਾਰਾਜ਼ ਹੋ ਜਾਂਦਾ ਹੈ। ਮੈਂ ਕੰਮ ਕਰਦੀ ਹਾਂ ਅਤੇ ਆਪਣੀ ਜ਼ਿੰਦਗੀ ਦੇ ਖਰਚੇ ਝੱਲਦੀ ਹਾਂ। ਅਸੀਂ ਸੱਸ ਅਤੇ ਨੂੰਹ ਇੱਜ਼ਤ ਵਾਲੀ ਜ਼ਿੰਦਗੀ ਜੀ ਰਹੇ ਹਾਂ ਅਤੇ ਬਹੁਤ ਬੇਪਰਵਾਹ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਨੂੰ ਜ਼ਰੂਰ ਦਬਾਇਓ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।